सो ਅੱਜ ਅਸੀਂ ਪੜਾਂਗੇ ਰੈਸਪੀਰੇਸ਼ਨ ਬਾਰੇ। ਠੀਕ ਹੈ, ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਦੇਖਿਆ ਕਿ ਆਪਾਂ ਨਿਊਟ੍ਰੀਸ਼ਨ ਜੋ ਅਸੀਂ ਭੋਜਨ ਖਾਂਦੇ ਆ, ਠੀਕ ਹੈ, ਭੋਜਨ ਖਾ ਤਾਂ ਲਿਆ, ਨਿਊਟ੍ਰੀਸ਼ਨ ਲੈ ਲਿਆ, ਬੋਡੀ ਦੇ ਅੰਦਰ ਆ ਗਿਆ ਨਿਊਟ੍ਰੀਸ਼ਨ, ਬਟ ਉਹ ਨਿਊਟ੍ਰੀਸ਼ਨ ਜਿਹੜਾ ਆ ਬੋਡੀ ਦੇ ਸੈਲਸ ਤੱਕ ਕਿੱਦਾਂ ਪਹੁੰਚਣਾ ਆ, ਉਹਦਾ ਬ੍ਰੇਕਡਾਊਨ ਕਿੱਦਾਂ ਹੋਣਾ ਆ, ਉਹਦੇ ਲਈ ਰੈਸਪੀਰੇਸ਼ਨ ਜਿਹੜਾ ਆ ਉਹ ਇੰਪੋਰਟੈਂਟ ਸਟੈਪ ਆ। ਨਿਊਟ੍ਰੀਸ਼ਨ ਤੋਂ ਨੈਕਸਟ ਪ੍ਰੋਸੈਸ ਇਹ ਲਾਈਫ ਪ੍ਰੋਸੈਸ ਦਾ ਫਸਟ ਨਿਊਟ੍ਰੀਸ਼ਨ ਸੀ, ਨੈਕਸਟ ਹੈਗਾ ਆ ਹੁਣ ਆਪਾਂ ਪੜਾਂਗੇ ਰੈਸਪੀਰੇਸ਼ਨ, ਕਿ ਕਿੱਦਾਂ ਜਿਹੜਾ ਫੂਡ ਪਾਰਟੀਕਲ ਆਪਾਂ ਲਏ ਆ ਉਹਦਾ ਬ੍ਰੇਕਡਾਊਨ ਕਿੱਦਾਂ ਹੁੰਦਾ ਆ ਔਰ ਗੈਸਿਸ ਐਕਸਚੇਂਜਿਸ ਕਿੱਦਾਂ ਹੁੰਦੇ ਆ ਬੋਡੀ ਦੇ ਵਿੱਚ। ਸੋ ਰੈਸਪੀਰੇਸ਼ਨ, the food material taken is during the process of nutrition is used in the cells to provide energy for the various life processes। ਜਿਹੜਾ ਫੂਡ ਮਟੀਰੀਅਲ ਆਪਾਂ ਲੈ ਲਿਆ ਆ, ਠੀਕ ਹੈ, ਡਿਊਰਿੰਗ ਨਿਊਟ੍ਰੀਸ਼ਨ ਜਿਹੜਾ ਆਪਾਂ ਲਿਆ, ਠੀਕ ਹੈ, ਉਹ ਫਿਰ ਯੂਜ਼ ਕੀਤਾ ਜਾਂਦਾ ਤਾਂ ਕਿ ਸੈਲਸ ਨੂੰ ਐਨਰਜੀ ਪ੍ਰੋਵਾਈਡ ਕੀਤੀ ਜਾਵੇ। ਉਹ ਵੇਰੀਅਸ ਟਾਈਪਸ ਦੇ ਨਾਲ ਲਾਈਫ ਪ੍ਰੋਸੈਸਿਸ ਦੀ ਵੇਰੀਅਸ ਟਾਈਪ ਦੇ ਨਾਲ ਆਪਾਂ ਲੈਂਦੇ ਹਾਂ, ਠੀਕ ਹੈ। ਡਿਫਰੈਂਟ ਆਰਗੇਨਿਜ਼ਮਸ ਡੂ ਦਿਸ ਡਿਫਰੈਂਟ ਵੇ, ਠੀਕ ਹੈ। ਵੱਖਰੇ ਵੱਖਰੇ ਆਰਗੇਨਿਜ਼ਮ ਜਿਹੜੇ ਆ ਉਹ ਵੱਖਰੇ ਵੱਖਰੇ ਤਰੀਕੇ ਨਾਲ ਫੂਡ ਪਾਰਟੀਕਲਸ ਨੂੰ ਲੈਂਦੇ ਆ ਔਰ ਵੱਖਰੇ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਬ੍ਰੇਕ ਡਾਊਨ ਕਰਦੇ ਆ। ਸਮ ਆਰਗੇਨਿਜ਼ਮਸ ਯੂਜ਼ ਆਕਸੀਜਨ, ਠੀਕ ਹੈ, ਕੁਛ ਕੁ ਆਰਗੇਨਿਜ਼ਮ ਜਿਹੜੇ ਆ ਉਹ ਬ੍ਰੇਕ ਡਾਊਨ ਕਰਨ ਦੇ ਲਈ ਆਕਸੀਜਨ ਯੂਜ਼ ਕਰਦੇ ਆ। Some use oxygen to break down glucose completely into carbon dioxide and water. Some use other pathway that do not involve oxygen, ठीक है। ਹੁਣ ਕੁਛ ਕੁ ਆਰਗੇਨਿਜ਼ਮ ਜਿਹੜੇ ਆ ਆਪਣੇ ਫੂਡ ਪਾਰਟੀਕਲਸ ਨੂੰ, ਜੋ ਕਿ ਗਲੂਕੋਜ਼ ਉਹਨਾਂ ਨੇ ਇਨ ਦਾ ਫਾਰਮ ਆਫ ਗਲੂਕੋਜ਼ ਲਿਆ, ਠੀਕ ਹੈ, ਉਹਨੂੰ ਬ੍ਰੇਕ ਡਾਊਨ ਕਰਨ ਦੇ ਲਈ ਆਕਸੀਜਨ ਯੂਜ਼ ਕਰਦੇ ਆ। ਕੁਛ ਕੁ ਆਰਗੇਨਿਜ਼ਮ ਜਿਹੜੇ ਆ ਉਹ ਯੂਜ਼ ਨਹੀਂ ਕਰਦੇ। ਸੋ ਇਹ, ਠੀਕ ਹੈ, ਵਿਦ ਔਰ ਵਿਦਾਊਟ ਆਕਸੀਜਨ ਜਿਹੜਾ ਆ ਪਾਰਟੀਕਲਸ ਦਾ ਬ੍ਰੇਕਡਾਊਨ ਹੋਣਾ ਆ, ਉਹਦੇ ਤੋਂ ਪਹਿਲਾਂ ਜਿਹੜਾ ਇੱਕ ਸਟੈਪ ਆ ਉਹ ਬੋਥ ਕੇਸਿਸ ਦੇ ਵਿੱਚ, ਚਾਹੇ ਆਕਸੀਜਨ ਯੂਜ਼ ਹੋਵੇ ਚਾਹੇ ਨਾ ਹੋਵੇ, ਆਹ ਸਟੈਪ ਜਿਹੜਾ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। In all cases the first step is the breakdown of glucose, ਠੀਕ ਆ। ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਟੈਪ ਆ breakdown of glucose, ਉਹ ਕੀ ਹੋਣਾ ਆ, 6 ਕਾਰਬਨ ਮੋਲੀਕਿਊਲਸ ਨੂੰ into 6 ਕਾਰਬਨ ਮੋਲੀਕਿਊਲਸ ਨੂੰ 3 ਕਾਰਬਨ ਮੋਲੀਕਿਊਲਸ ਦੇ ਵਿੱਚ ਕਨਵਰਟ ਕਰਨਾ। ਉਸ ਪ੍ਰੋਸੈਸ ਨੂੰ ਆਪਾਂ ਪਾਇਰੂਵੇਟ ਕਹਿੰਦੇ ਆ, ਠੀਕ ਹੈ। ਇਹ ਜਿਹੜਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਰਕੇ ਇਹ ਫਸਟ ਸਟੈਪ ਆ, ਚਾਹੇ ਆਕਸੀਜਨ ਦਾ ਯੂਜ਼ ਹੋਵੇ ਨਾ ਹੋਵੇ। ਫਸਟ ਕੀ ਹੋਣਾ, ਗਲੂਕੋਜ਼ ਦਾ ਬ੍ਰੇਕਡਾਊਨ 6 ਕਾਰਬਨ ਮੋਲੀਕਿਊਲਸ ਦਾ 3 ਕਾਰਬਨ ਮੋਲੀਕਿਊਲਸ ਦੇ ਵਿੱਚ ਕਨਵਰਟ ਹੋਣ ਨੂੰ ਪਾਇਰੂਵੇਟ ਕਹਿੰਦੇ ਆ। ਇਹ ਪ੍ਰੋਸੈਸ ਜਿਹੜਾ ਆ ਸਾਈਟੋਪਲਾਜ਼ਮ ਦੇ ਵਿੱਚ ਹੁੰਦਾ ਆ। ਸੋ ਅੱਗੇ ਆਪਾਂ ਪੜਾਂਗੇ ਫਰਦਰ ਜਿਹੜਾ ਪਾਇਰੂਵੇਟ ਆ, ਠੀਕ ਹੈ, ਸਮ ਕੰਡੀਸ਼ਨਸ ਦੇ ਵਿੱਚ ਇਹ ਕਨਵਰਟ ਹੋ ਜਾਂਦਾ ਆ ਇਥੋਨੋਲ ਔਰ ਕਾਰਬਨ ਡਾਈਆਕਸਾਈਡ ਦੇ ਵਿੱਚ, ਠੀਕ ਹੈ। ਇਹਦੀ ਐਗਜ਼ਾਮਪਲ ਦਿੱਤੀ ਹੋਈ ਆ, ਜਿੱਦਾਂ ਯੀਸਟ ਦੇ ਵਿੱਚ ਜਿਹੜੀ ਆ ਫਰਮੈਂਟੇਸ਼ਨ ਇਸ ਪ੍ਰੋਸੈਸ ਦੇ ਦੁਆਰਾ ਹੀ ਹੁੰਦੀ ਆ। The process takes place in the absence of air or oxygen. It is called anaerobic respiration, ठीक है। ये बहुत इंपॉर्टेंट है, anaerobic respiration और aerobic respiration। सो ਜਿਹੜੇ ਪ੍ਰੋਸੈਸ ਦੇ ਵਿੱਚ ਐਬਸੈਂਸ ਹੋਣੀ ਆ ਆਕਸੀਜਨ ਦੀ, ਉਸ ਰੈਸਪੀਰੇਸ਼ਨ ਨੂੰ ਆਪਾਂ anaerobic respiration ਕਹਿੰਦੇ ਆ। ਅੱਗੇ ਦੇਖ ਲਓ aerobic respiration, breakdown of the pyruvate using oxygen, ਠੀਕ ਹੈ। ਹੁਣ ਇੱਥੇ ਕੀ ਹੁੰਦੀ, ਪਾਇਰੂਵੇਟ ਦੀ ਜਿਹੜੀ ਬ੍ਰੇਕਡਾਊਨ ਹੁੰਦੀ ਆ ਉਹ ਵਿਦ ਆਕਸੀਜਨ ਹੁੰਦੀ ਆ, ਠੀਕ ਹੈ। ਟੇਕ ਪਲੇਸ ਇਨ ਦਾ ਮਾਈਟੋਕੌਂਡਰੀਆ, ਠੀਕ ਆ। ਉੱਧਰ ਕੀ ਹੁੰਦੀ ਸੀ, ਉਹ ਸਾਈਟੋਪਲਾਜ਼ਮ ਵਿੱਚ ਹੁੰਦੀ ਸੀ, ਇੱਧਰ ਮਾਈਟੋਕੌਂਡਰੀਆ ਦੇ ਵਿੱਚ ਹੁੰਦੀ ਆ। This process breaks up the 3 carbon pyruvate molecules to give 3 molecules of carbon dioxide। ਇੱਥੇ ਕੀ ਹੋਣਾ ਆ, ਜਿਹੜੇ 3 ਕਾਰਬਨ ਪਾਇਰੂਵੇਟ ਮੋਲੀਕਿਊਲਸ ਆ ਉਹ 3 ਮੋਲੀਕਿਊਲਸ ਆਫ ਕਾਰਬਨ ਡਾਈਆਕਸਾਈਡ ਦੇ ਵਿੱਚ ਕਨਵਰਟ ਹੋ ਜਾਂਦੇ ਆ, ਤੇ ਅਦਰ ਪ੍ਰੋਡਕਟ ਇੱਥੇ ਕੀ ਹੁੰਦਾ, ਵਾਟਰ ਵੀ ਪ੍ਰੈਜ਼ੈਂਟ ਹੁੰਦਾ ਆ। ਦਿਸ ਪ੍ਰੋਸੈਸ ਟੇਕਸ ਪਲੇਸ ਇਨ ਦਾ ਪ੍ਰੈਜ਼ੈਂਸ ਆਫ ਏਅਰ ਔਰ ਆਕਸੀਜਨ। ਇਟ ਇਜ਼ ਕਾਲਡ ਐਰੋਬਿਕ ਰੈਸਪੀਰੇਸ਼ਨ। ਸੋ ਕਲੀਅਰ ਹੋ ਗਿਆ, ਠੀਕ ਹੈ। ਇੱਧਰ ਸੀਗਾ ਪਾਇਰੂਵੇਟ ਜਿਹੜਾ ਆ ਉਹ ਵਿਦਾਊਟ ਆਕਸੀਜਨ, ਠੀਕ ਹੈ, ਕਨਵਰਟ ਹੁੰਦਾ ਸੀਗਾ, ਬਟ ਉਹਨੂੰ ਆਪਾਂ ਜਿੱਥੇ ਐਬਸੈਂਸ ਆਫ ਆਕਸੀਜਨ ਸੀ ਉਹਨੂੰ ਆਪਾਂ ਐਨੇਰੋਬਿਕ ਰੈਸਪੀਰੇਸ਼ਨ ਕਿਹਾ। ਜਿੱਥੇ ਵਿਦ ਆਕਸੀਜਨ ਬ੍ਰੇਕਡਾਊਨ ਹੋਇਆ ਪਾਇਰੂਵੇਟ ਦਾ, ਉਹਨੂੰ ਆਪਾਂ ਐਰੋਬਿਕ ਰੈਸਪੀਰੇਸ਼ਨ ਕਿਹਾ। ਸੋ ਨੈਕਸਟ ਸਮ ਟਾਈਮ, ਠੀਕ ਹੈ। ਕਈ ਵਾਰ ਕੀ ਹੁੰਦਾ ਆ, ਵੈਨ ਦੇਅਰ ਇਜ਼ ਅ ਲੈਕ ਆਫ ਆਕਸੀਜਨ, ਸਮ ਕੇਸਿਸ ਦੇ ਵਿੱਚ ਜਿੱਥੇ ਲੈਕ ਆਫ ਆਕਸੀਜਨ ਹੋ ਜਾਂਦੀ ਆ, ਕਮੀ ਹੋ ਜਾਂਦੀ ਆ, ਠੀਕ ਹੈ, ਆਕਸੀਜਨ ਦੀ, ਇਨ ਆਰ ਮਸਲ ਸੈਲਸ, ਠੀਕ ਹੈ। ਫੋਰ ਐਗਜ਼ਾਮਪਲ ਜਦੋਂ ਵੀ ਕੋਈ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਹਾਂ ਤਾਂ ਉਦੋਂ ਕੀ ਹੁੰਦਾ, ਮਸਲਸ ਦੇ ਵਿੱਚ ਜਿਹੜੀ ਆ ਲੈਕ ਆਫ ਆਕਸੀਜਨ ਹੋ ਜਾਂਦੀ ਆ। ਤਾਂ ਇੱਥੇ ਕੀ ਹੁੰਦਾ, ਫਿਰ ਪਾਇਰੂਵੇਟ ਦੀ ਬ੍ਰੇਕਡਾਊਨ ਜਿਹੜੀ ਆ ਅਨਦਰ ਪਾਥਵੇ ਦੇ ਦੁਆਰਾ ਹੁੰਦੀ ਆ, ਉਹ ਆਪਾਂ ਅੱਗੇ ਪੜਾਂਗੇ, ਠੀਕ ਹੈ।
ਉਦੋਂ ਕੀ ਹੁੰਦਾ ਪਾਇਰੂਵੇਟ ਜਿਹੜਾ ਕਨਵਰਟ ਹੋ ਜਾਂਦਾ ਲੈਕਟਿਕ ਐਸਿਡ ਦੇ ਵਿੱਚ, ਠੀਕ ਹੈ, ਵਿਚ ਇਜ਼ ਆਲਸੋ ਆ 3 ਕਾਰਬਨ ਮੋਲੀਕੂਲ, ਜਿਹਨੂੰ 3 ਕਾਰਬਨ ਮੋਲੀਕੂਲਸ ਵੀ ਹੀ ਕਹਿੰਦੇ ਆ ਆਪਾਂ। ਬਟ ਇੱਥੇ ਪਾਇਰੂਵੇਟ ਜਦੋਂ ਲੈਕ ਆਫ ਆਕਸੀਜਨ ਹੋ ਜਾਂਦੀ ਉਦੋਂ ਜਿਹੜਾ ਪਾਇਰੂਵੇਟ ਕਨਵਰਟ ਹੋ ਜਾਂਦਾ ਲੈਕਟਿਕ ਐਸਿਡ ਦੇ ਵਿੱਚ। ਦਿਸ ਬਿਲਡ ਅਪ ਆਫ ਲੈਕਟਿਕ ਐਸਿਡ ਇਨ ਆਰ ਮਸਲ ਡਿਊਰਿੰਗ ਸਡਨ ਐਕਟੀਵਿਟੀ ਕਾਜ਼ ਕ੍ਰੈਂਪਸ। ਇਸੇ ਵਜ੍ਹਾ ਕਰਕੇ ਜਦੋਂ ਵੀ ਅਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹਾਂ, ਠੀਕ ਆ, ਤਾਂ ਜਾਂ ਰਨਿੰਗ ਕਰਦੇ ਹਾਂ, ਉਸ ਵੇਲੇ ਕੀ ਹੋ ਜਾਂਦਾ ਸਾਡੇ ਮਸਲਸ ਦੇ ਵਿੱਚ ਕ੍ਰੈਂਪ ਹੋ ਜਾਂਦੇ, ਕਿਉਂਕਿ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡੇ ਬਲੱਡ ਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ। ਲੈਕ ਆਫ ਆਕਸੀਜਨ ਹੋਣ ਦੇ ਨਾਲ ਕੀ ਹੁੰਦਾ ਆ, ਜਿਹੜਾ ਪਾਇਰੂਵੇਟ ਆ ਉਹ ਫਿਰ ਕਨਵਰਟ ਹੁੰਦਾ ਲੈਕਟਿਕ ਐਸਿਡ ਦੇ ਵਿੱਚ। ਲੈਕਟਿਕ ਐਸਿਡ ਕਾਰਨ ਹੀ ਸਾਡੇ ਜਿਹੜੇ ਲੈਗਸ ਦੇ ਵਿੱਚ ਕ੍ਰੈਂਪਸ ਆ ਜਾਂਦੇ ਆ। ਸੋ ਅੱਗੇ, ਠੀਕ ਹੈ, ਇੱਥੇ ਫਲੋ ਚਾਰਟ ਆ, ਠੀਕ ਆ, ਈਜ਼ੀ ਸਮਝਣ ਦੇ ਲਈ ਕਿ ਜਿਹੜਾ ਵੀ ਗਲੂਕੋਜ਼ ਜੋ ਵੀ ਅਸੀਂ ਫੂਡ ਪਾਰਟੀਕਲਸ ਲੈਂਦੇ ਆ, ਠੀਕ ਹੈ, ਉਹ 6 ਕਾਰਬਨ ਮੋਲੀਕੂਲਸ ਦੀ ਫਾਰਮ ਵਿੱਚ ਲੈਂਦੇ ਆ। ਉਹ ਸਾਈਟੋਪਲਾਜ਼ਮ ਦੇ ਵਿੱਚ ਪਹਿਲਾਂ ਪਾਇਰੂਵੇਟ ਵਿੱਚ ਚੇਂਜ ਹੁੰਦਾ। ਪਾਇਰੂਵੇਟ ਮੀਨਸ 6 ਕਾਰਬਨ ਮੋਲੀਕੂਲਸ ਕਨਵਰਟ ਹੋ ਗਏ 3 ਕਾਰਬਨ ਮੋਲੀਕੂਲਸ ਪਲੱਸ ਐਨਰਜੀ ਦੇ ਵਿੱਚ। ਸੋ ਹੁਣ ਇਹ 3 ਕੇਸਿਸ ਦੇ ਵਿੱਚ ਦੱਸਿਆ ਹੋਇਆ ਕਿ ਪਾਇਰੂਵੇਟ ਵੱਖਰੇ ਤਰੀਕੇ ਨਾਲ ਕਨਵਰਟ ਹੁੰਦਾ ਆ, ਠੀਕ ਆ। ਪਾਇਰੂਵੇਟ ਨੇ ਅੱਗੇ ਕਨਵਰਟ ਹੋਣਾ ਜਿੱਥੇ ਤਾਂ ਐਬਸੈਂਸ ਆਫ ਆਕਸੀਜਨ ਆ, ਠੀਕ ਹੈ, ਜਿੱਥੇ ਆਕਸੀਜਨ ਹੈ ਹੀ ਨਹੀਂ ਗੀ, ਜਿੱਦਾਂ ਆਪਾਂ ਐਗਜ਼ਾਮਪਲ ਪੜ੍ਹੀ ਸੀ ਯੀਸਟ ਦੀ, ਠੀਕ ਹੈ, ਉਹਨੇ ਫਿਰ ਪਾਇਰੂਵੇਟ ਨੇ ਜਿੱਥੇ ਐਬਸੈਂਸ ਆਫ ਆਕਸੀਜਨ ਆ ਕਨਵਰਟ ਹੋਣਾ ਈਥੇਨੋਲ ਵਿੱਚ, ਕਾਰਬਨ ਡਾਈਆਕਸਾਈਡ ਦੇ ਐਨਰਜੀ ਦੇ ਵਿੱਚ, ਠੀਕ ਆ, ਜਿਹਨੂੰ ਆਪਾਂ 2 ਕਾਰਬਨ ਮੋਲੀਕੂਲਸ ਕਹਿੰਦੇ ਆ। ਇਨ ਦਾ ਅਨਦਰ ਕੇਸ ਜਿੱਥੇ ਲੈਕ ਆਫ ਆਕਸੀਜਨ, ਆਪਾਂ ਹੁਣੇ ਪੜ੍ਹਿਆ ਕਿ ਮਸਲਸ ਦੇ ਵਿੱਚ ਸਾਡੇ ਲੈਕ ਆਫ ਆਕਸੀਜਨ ਆ, ਤਾਂ ਉਹਨੇ ਪਾਇਰੂਵੇਟ ਨੇ ਕਨਵਰਟ ਹੋਣਾ ਲੈਕਟਿਕ ਐਸਿਡ ਵਿੱਚ ਪਲੱਸ ਐਨਰਜੀ ਦੇ ਵਿੱਚ। ਔਰ ਜਿੱਥੇ ਹੁਣ ਥਰਡ ਕੇਸ ਕੀ ਆ, ਜਿੱਥੇ ਪ੍ਰੈਜ਼ੈਂਸ ਆਫ ਆਕਸੀਜਨ ਆ, ਠੀਕ ਹੈ, ਇਨ ਮਾਈਟੋਕੌਂਡਰੀਆ ਜਿੱਦਾਂ ਹੋ ਗਿਆ, ਉੱਥੇ ਪਾਇਰੂਵੇਟ ਨੇ ਕਨਵਰਟ ਹੋ ਜਾਣਾ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਪਲੱਸ ਐਨਰਜੀ। ਨੈਕਸਟ ਹੈਗਾ ਆ ਦ ਐਨਰਜੀ ਰਿਲੀਜ਼ਡ, ਠੀਕ ਹੈ, ਜਿਹੜੀ ਵੀ ਐਨਰਜੀ ਰਿਲੀਜ਼ ਕੀਤੀ ਜਾਂਦੀ ਹੈ ਡਿਊਰਿੰਗ ਸੈਲੂਲਰ ਰੈਸਪੀਰੇਸ਼ਨ ਇਜ਼ ਇਮੀਡੀਏਟਲੀ ਯੂਜ਼ ਟੂ ਸਿੰਥੇਸਾਈਜ਼ ਅ ਮੋਲੀਕਿਊਲ। ਮੋਲੀਕਿਊਲਸ ਨੂੰ ਸਿੰਥੇਸਾਈਜ਼ ਕਰਨ ਦੇ ਲਈ ਜਿਹੜੀ ਇਮੀਡੀਏਟ ਐਨਰਜੀ ਸੈਲੂਲਰ ਰੈਸਪੀਰੇਸ਼ਨ ਦੁਆਰਾ ਰਿਲੀਜ਼ ਹੁੰਦੀ ਆ, ਉਸ ਐਨਰਜੀ ਨੂੰ ਆਪਾਂ ATP ਕਹਿੰਦੇ ਆ। ATP ਮੀਨਸ ਐਡੀਨੋਸਾਈਨ ਟ੍ਰਾਈਫਾਸਫੇਟ, ਟ੍ਰਾਈ ਮੀਨਸ 3 ਫਾਸਫੇਟ, ਠੀਕ ਹੈ, ਟ੍ਰਾਈ ਹੁੰਦਾ 3, ਠੀਕ ਹੈ, ਵਿਚ ਇਜ਼ ਯੂਜ਼ ਟੂ ਫਿਊਲ ਆਲ ਦਾ ਐਕਟੀਵਿਟੀਜ਼ ਇਨ ਦਾ ਸੈੱਲ। ਜਿਹੜੀ ਕਿ ਸੈੱਲ ਦੀਆਂ ਆਲ ਐਕਟੀਵਿਟੀਜ਼ ਦੇ ਵਿੱਚ ਇਹ ATP ਐਨਰਜੀ ਯੂਜ਼ ਕੀਤੀ ਜਾਂਦੀ ਆ। ਸੋ in the simple words ATP is a energy currency, ਠੀਕ ਹੈ, ATP ਨੂੰ ਆਪਾਂ ਐਨਰਜੀ ਕਰੰਸੀ ਕਹਿੰਦੇ ਆ ਫॉर ਮੋਸਟ ਸੈਲੂਲਰ ਪ੍ਰੋਸੈਸਿਸ ਔਰ ਐਕਟੀਵਿਟੀਜ਼, ਜਿਹੜੀ ਸਾਰੇ ਸੈਲੂਲਰ ਐਕਟੀਵਿਟੀਜ਼ ਦੇ ਲਈ ਯੂਜ਼ ਕੀਤੀ ਜਾਂਦੀ ਆ। The anaerobic respiration pathway depends on oxygen. Aerobic organisms needs to ensure that there is a sufficient intake of oxygen। ਜਿੱਦਾਂ ਕਿ ਆਪਾਂ ਅੱਗੇ ਪੜ੍ਹਿਆ ਆ ਕਿ ਜਿਹੜੇ aerobic respiration ਆ, ਠੀਕ ਆ, ਉਹ ਆਕਸੀਜਨ 'ਤੇ ਡਿਪੈਂਡ ਹੁੰਦੀ ਆ, ਅਤੇ ਜਿੰਨੇ ਵੀ ਆਰਗੈਨਿਜ਼ਮਸ ਆ, ਠੀਕ ਆ, ਉਹ ਇਨਟੇਕ ਕਰਦੇ ਆ ਆਕਸੀਜਨ ਦੀ, ਸਫੀਸ਼ੀਐਂਟ ਇਨਟੇਕ ਆਫ ਆਕਸੀਜਨ ਦੀ। ਬਟ ਪਲਾਂਟਸ ਦੇ ਵਿੱਚ ਕੀ ਹੁੰਦਾ ਆ, ਐਕਸਚੇਂਜਿਸ ਆਫ ਗੈਸਿਸ ਥਰੂ ਸਟੋਮੇਟਾਪੋਰਸ ਆਪਾਂ ਪੜ੍ਹੇ ਆ, ਠੀਕ ਹੈ। ਜੇ ਨਹੀਂ ਕਲੀਅਰ ਹੈਗਾ ਤਾਂ ਤੁਸੀਂ ਲਾਸਟ ਵੀਡੀਓ ਜਿਹੜੀਆਂ ਲਿੰਕ ਦੇ ਵਿੱਚ ਦੇਖ ਸਕਦੇ ਆ, ਠੀਕ ਹੈ। ਸੋ ਪਲਾਂਟਸ ਦੇ ਵਿੱਚ ਕੀ ਹੁੰਦਾ, ਐਕਸਚੇਂਜਿਸ ਹੁੰਦੀ ਆ ਗੈਸਿਸ ਦੀ ਸਟੋਮੈਟਲ ਪੋਰਸ ਦੇ ਥਰੂ ਹੁੰਦੀ ਆ, ਅਤੇ ਜੋ ਵੀ ਸਾਰਾ ਲਾਰਜ ਇੰਟਰਾਸੈਲੂਲਰ ਸਪੇਸਿਸ ਹੁੰਦੀਆਂ ਉਹ ਇੰਸ਼ੋਰ ਕਰਦੀਆਂ ਕਿ ਆਲ ਸੈਲਸ ਆਰ ਇਨ ਕੰਟੈਕਟ ਵਿਦ ਏਅਰ, ਠੀਕ ਹੈ, ਕਿ ਸਾਰੇ ਜਿਹੜੇ ਵੀ ਜੋ ਵੀ ਇੰਟਰਾਸੈਲੂਲਰ ਸਪੇਸ ਆ ਉਹ ਕੰਟੈਕਟ ਵਿਦ ਏਅਰ ਹੁੰਦੀ ਆ। ਕਾਰਬਨ ਡਾਈਆਕਸਾਈਡ ਐਂਡ ਆਕਸੀਜਨ ਆਰ ਐਕਸਚੇਂਜਡ ਬਾਏ ਡਿਫਿਊਜ਼ਨ, ਠੀਕ ਹੈ। ਸੋ ਇੱਥੇ ਜਿਹੜਾ ਆ ਡਿਫਿਊਜ਼ਨ ਪ੍ਰੋਸੈਸ ਦੇ ਦੁਆਰਾ ਗੈਸਿਸ ਦਾ ਜਿਹੜਾ ਐਕਸਚੇਂਜ ਹੁੰਦਾ ਆ। ਦਾ ਡਾਇਰੈਕਸ਼ਨ ਆਫ ਡਿਫਿਊਜ਼ਨ, ਹੁਣ ਡਾਇਰੈਕਸ਼ਨ ਜਿਹੜੀ ਡਿਫਿਊਜ਼ਨ ਦੀ ਡਾਇਰੈਕਸ਼ਨ ਆ, ਹੁਣ ਡਿਫਿਊਜ਼ਨ ਕੀ ਹੁੰਦਾ ਆ, ਕੋਈ ਵੀ ਚਾਹੇ ਉਹ ਗੈਸਿਸ ਆ, ਚਾਹੇ ਉਹ ਕੋਈ ਵੀ, ਠੀਕ ਹੈ, ਵਾਟਰ ਆ, ਲੋਅਰ ਕੰਸਨਟ੍ਰੇਸ਼ਨ ਟੂ ਹਾਈ ਕੰਸਨਟ੍ਰੇਸ਼ਨ ਜਾਂ ਹਾਈ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ, ਕੋਈ ਵੀ ਮਟੀਰੀਅਲ ਜਾਂਦਾ ਆ ਉਸ ਪ੍ਰੋਸੈਸ ਨੂੰ ਆਪਾਂ ਡਿਫਿਊਜ਼ਨ ਕਹਿੰਦੇ ਆ। ਸੋ ਦਾ ਡਾਇਰੈਕਸ਼ਨ ਆਫ ਡਿਫਿਊਜ਼ਨ, ਹੁਣ ਜਿਹੜਾ ਡਾਇਰੈਕਸ਼ਨ ਆ ਡਿਫਿਊਜ਼ਨ ਦੀ ਉਹ ਡਿਪੈਂਡ ਕਰਦੀ ਆ ਅਪੋਨ ਦਾ ਇਨਵਾਇਰਮੈਂਟਲ ਕੰਡੀਸ਼ਨ ਐਂਡ ਰਿਕੁਆਇਰਮੈਂਟ ਆਫ ਦੀ ਪਲਾਂਟ ਨੂੰ ਕਿੰਨੀ ਕੁ ਰਿਕੁਆਇਰਮੈਂਟ ਆ ਔਰ ਇਨਵਾਇਰਮੈਂਟ ਦੀ ਕੀ ਕੰਡੀਸ਼ਨ ਹੈ, ਇਨਵਾਇਰਮੈਂਟ ਵਿੱਚ ਕਿੰਨੀਆਂ ਕੁ ਗੈਸਿਸ ਆ ਔਰ ਪਲਾਂਟ ਨੂੰ ਕਿੰਨੀ ਕੁ ਰਿਕੁਆਇਰਮੈਂਟ ਆ, ਉਹ ਜਿਹੜੀ ਸਾਰੀ ਡਾਇਰੈਕਸ਼ਨ ਡਿਪੈਂਡ ਕਰਦੀ ਡਿਫਿਊਜ਼ਨ ਦੀ ਇਹਨਾਂ ਦੋਹਾਂ ਚੀਜ਼ਾਂ 'ਤੇ। ਨੈਕਸਟ ਹੈ ਐਟ ਨਾਈਟ, ਠੀਕ ਆ,
ठीक है। एट नाइट रात का की प्रोसैस आ वैन देयर इज़ अ नो फोटोसिंथेसाइज, सानूं पता कि फोटोसिंथेसाइज है जिहड़ा वो डे टाइम हो सकता क्योंकि सनलाइट जिहड़ा आ वो मेन कंपोनेंट है इहदा। सो वैन देयर इज़ नो फोटोसिंथेसाइज अकरिंग कार्बन डाइऑक्साइड एलिमीनेशन इज़ द मेजर एक्टिविटी गोइंग ऑन, ठीक है। रात नूं की हुंदा है प्लांट्स कार्बन डाइऑक्साइड एलिमीनेट करदे आ बहुत ज़्यादा मात्रा दे विच। ड्यूरिंग द डे द कार्बन डाइऑक्साइड जिहड़ी जनरेट की जाती है ड्यूरिंग द रेस्पीरेशन इज़ यूजड अप फॉर द फोटोसिंथेसाइज। सो प्लांट्स की रेस्पीरेशन किद्दां हुंदी है थ्रू फोटोसिंथेसाइज हुंदी है ते डे टाइम जिहड़ी कार्बन डाइऑक्साइड जिहड़ी जनरेट की जाती है और ऑक्सीजन जिहड़ी वो रिलीज़ की जाती है। सो ठीक है, इत्थे फोटोसिंथेसाइज का ठीक है इक्वेशन आ। सो ये 1 मार्क दे विच आ जाती है। सो जिद्दां आपां इत्थे देखिए कि कार्बन डाइऑक्साइड प्लस H2O वाटर आ, ठीक है, वाटर आ ये कन्वर्ट हो जाते हैं इन दी प्रेजेंस ऑफ क्लोरोफिल प्लस सनलाइट, ठीक है। ये बोथ जेडे आ जरूरी आ, ठीक है। इन्हां दी प्रेजेंस दे विच जेहड़ी कार्बन डाइऑक्साइड और वाटर आ कन्वर्ट हो जाते ग्लूकोज दे विच। ग्लूकोज जेहड़ा आ ठीक है ग्लूकोज अगे की हुंदा है ग्लूकोज दे विच कन्वर्ट हुंदा प्लस ऑक्सीजन दे विच प्लस वाटर दे विच, ठीक है। सो जेहड़ा दा ग्लूकोज आ वो प्लांट दे द्वारा सैलूलर एक्टिविटीज़ दे लई यूज़ किया जाता, ठीक है। तो जोड़ा ऑक्सीजन और वाटर आ वो जोड़ा प्लांट्स के द्वारा एलिमीनेट कर दिता जाता। सो ठीक है, ये सारा सीगा साडा रेस्पीरेशन इन प्लांट्स। सो कोई भी इस टॉपिक नाल रिलेटेड तुहानूं कंप्लेंट आ जां कोई भी क्वेश्चन आ सो सानूं कमेंट्स दे विच तुसीं पुछ सकदे आ। साडा चैनल सबसक्राइब करो विजडम एजुकेशन पॉइंट RDC। थैंक यू।